Hello students, welcome you all in today's lecture. बेटे मैं अमिता लेक्चरर बायोलॉजी गवर्नमेंट सीनियर सेकेंडरी स्कूल महेंद्रगंज राजपुरा डिस्ट्रिक्ट पटियाला क्लास 12th ਇਨਵਾਇਰਮੈਂਟਲ ਐਜੂਕੇਸ਼ਨ ਸੀਰੀਜ਼ ਦੇ ਤਹਿਤ ਅੱਜ ਅਸੀਂ ਚੈਪਟਰ 3 ਜੈਵਿਕ ਵਿਭਿੰਨਤਾ ਦਾ ਘਟਨਾ ਇਸ ਦੀ ਸਾਂਭ ਸੰਭਾਲ ਲਈ ਨੀਤੀਆਂ ਅਤੇ ਜੰਗਲੀ ਜੀਵਨ ਇਸ ਦਾ ਪਾਰਟ 2 ਕਰਨ ਜਾ ਰਹੇ ਹਾਂ। ਪਿਛਲੇ ਲੈਕਚਰ ਦੇ ਵਿੱਚ ਬੇਟੇ ਅਸੀਂ ਪਾਰਟ 1 ਕੰਪਲੀਟ ਕੀਤਾ ਸੀ, ਜਿਸ ਦੇ ਵਿੱਚ ਅਸੀਂ ਇਹ ਪੜ੍ਹਿਆ ਕਿ ਜੈਵਿਕ ਵਿਭਿੰਨਤਾ ਦੇ ਘਟਣ ਦੇ ਕੀ ਕਾਰਨ ਹਨ ਔਰ ਜੈਵਿਕ ਵਿਭਿੰਨਤਾ ਨੂੰ ਕਿਸ ਤਰੀਕੇ ਦੇ ਨਾਲ ਹੁਣ ਬਚਾਇਆ ਜਾ ਸਕਦਾ ਹੈ। ਅਸੀਂ ਦੋ ਮੈਥਡ ਪੜ੍ਹੇ, ਇਨ ਸਿਟੂ ਕੰਜ਼ਰਵੇਸ਼ਨ ਯਾਨੀ ਕਿ ਮੌਕੇ ਦੇ ਉੱਤੇ ਸੰਭਾਲ ਔਰ ਐਕਸ ਸਿਟੂ ਕੰਜ਼ਰਵੇਸ਼ਨ। ਇਨ ਸਿਟੂ ਕੰਜ਼ਰਵੇਸ਼ਨ ਦੇ ਵਿੱਚ ਅਸੀਂ ਪੜ੍ਹਿਆ ਕਿ ਜੈਵਿਕ ਵਿਭਿੰਨਤਾ ਨੂੰ ਜੰਗਲੀ ਜੀਵਨ ਨੂੰ 3 ਤਰੀਕਿਆਂ ਦੇ ਨਾਲ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਨੈਸ਼ਨਲ ਪਾਰਕ ਸਥਾਪਿਤ ਕੀਤੇ ਹੋਏ ਹਨ, ਵਾਈਲਡ ਲਾਈਫ ਸੈਂਚੁਰੀਜ਼ ਹਨ, ਬਾਇਓਸਫੀਅਰ ਰਿਜ਼ਰਵ ਹਨ, ਜਿੱਥੇ ਅਸੀਂ ਉਹਨਾਂ ਦੇ ਨਿਵਾਸ ਸਥਾਨ ਦੇ ਉੱਤੇ ਹੀ ਜੰਗਲੀ ਜੰਤੂਆਂ ਨੂੰ ਸੁਰੱਖਿਆ ਪ੍ਰਦਾਨ ਕਰਕੇ ਉਹਨਾਂ ਦੀ ਪ੍ਰਜਨਨ ਦੇ ਵਿੱਚ ਵਾਧਾ ਕਰ ਸਕਦੇ ਹਾਂ ਔਰ ਉਹਨਾਂ ਦੀ ਜਨਸੰਖਿਆ ਨੂੰ ਵਧਾ ਸਕਦੇ ਹਾਂ। ਅੱਜ ਅਸੀਂ ਕਰਾਂਗੇ ਬੇਟੇ ਮੌਕੇ ਤੋਂ ਪਰੇ ਕਿ ਕਿਸ ਤਰੀਕੇ ਦੇ ਨਾਲ ਐਕਸ ਸਿਟੂ ਕੰਜ਼ਰਵੇਸ਼ਨ ਦੇ ਤਹਿਤ ਅਸੀਂ ਜੰਗਲੀ ਜੀਵਨ ਨੂੰ ਜੈਵਿਕ ਵਿਭਿੰਨਤਾ ਨੂੰ ਬਚਾ ਸਕਦੇ ਹਾਂ। ਸੋ ਬੇਟੇ ਜੈਵਿਕ ਵਿਭਿੰਨਤਾ ਦਾ ਅਲੋਪ ਹੋਣਾ, ਮੈਂ ਪਹਿਲੇ ਲੈਕਚਰ ਦੇ ਵਿੱਚ ਵੀ ਤੁਹਾਨੂੰ ਸਮਝਾਇਆ ਸੀ ਕਿ ਜੈਵਿਕ ਵਿਭਿੰਨਤਾ ਦਾ ਜੀਵਾਂ ਦਾ ਅਲੋਪ ਹੋਣਾ ਇੱਕ ਕੁਦਰਤੀ ਵਰਤਾਰਾ ਹੈ। ਜਿਉਂ-ਜਿਉਂ ਵਾਤਾਵਰਣ ਦੇ ਵਿੱਚ ਤਬਦੀਲੀਆਂ ਹੁੰਦੀਆਂ ਹਨ, ਸਮਾਂ ਬੀਤਦਾ ਹੈ, ਕੁਝ ਜੀਵ ਜੰਤੂ ਆਪਣੇ ਆਪ ਨੂੰ ਉਸ ਵਾਤਾਵਰਣ ਦੇ ਅਕੋਰਡਿੰਗਲੀ ਨਹੀਂ ਢਾਲ ਸਕਦੇ ਔਰ ਉਹ ਹੌਲੀ-ਹੌਲੀ ਇਸ ਪਲੈਨਟ ਤੋਂ ਅਲੋਪ ਹੋ ਜਾਂਦੇ ਹਨ। ਕੁਦਰਤ ਵੀ ਉਹਨਾਂ ਆਰਗੇਨਿਜ਼ਮਸ ਦੀ, ਉਹਨਾਂ ਜੰਤੂਆਂ ਦੀ ਚੋਣ ਕਰਦੀ ਹੈ ਜੋ ਆਪਣੇ ਆਪ ਨੂੰ ਨੇਚਰ ਦੇ ਅਕੋਰਡਿੰਗਲੀ ਅਨੁਕੂਲ ਕਰ ਲੈਂਦੇ ਹਨ। ਸੋ ਅਲੋਪ ਹੋਣਾ ਇੱਕ ਕੁਦਰਤੀ ਵਰਤਾਰਾ ਹੈ, ਲੇਕਿਨ ਅਗਰ ਇਹ ਜੀਵ ਜੰਤੂ ਔਰ ਜੈਵਿਕ ਵਿਭਿੰਨਤਾ ਮਨੁੱਖੀ ਕਾਰਨਾਂ ਕਰਕੇ ਅਲੋਪ ਹੋਵੇ, ਮਨੁੱਖ ਦੀਆਂ ਕੁਝ ਕਿਰਿਆਵਾਂ ਕਰਕੇ ਅਲੋਪ ਹੋਵੇ, ਤਾਂ ਅਸੀਂ ਕਹਾਂਗੇ ਇਹ ਐਂਥਰੋਪੋਜੈਨਿਕ ਐਕਸਟਿੰਕਸ਼ਨ ਹੈ, ਮਨੁੱਖ ਦੁਆਰਾ ਨਿਰਮਿਤ ਅਲੋਪ ਹੋ ਜਾਣ ਵਾਲੀ ਇੱਕ ਕਿਰਿਆ ਹੈ। ਔਰ ਇਹ ਵਾਲੀ ਜਿਹੜੀ ਐਂਥਰੋਪੋਜੈਨਿਕ ਐਕਸਟਿੰਕਸ਼ਨ ਹੈ ਉਹ ਹੁਣ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈ ਐਜ਼ ਕੰਪੇਅਰ ਟੂ ਨੈਚੁਰਲ ਐਕਸਟਿੰਕਸ਼ਨ। ਸੋ ਅੱਜ ਜ਼ਰੂਰਤ ਹੈ ਜੈਵਿਕ ਵਿਭਿੰਨਤਾ ਨੂੰ ਸੰਭਾਲਣ ਦੀ। ਸੋ ਮੌਕੇ ਤੋਂ ਪਰੇ ਜੈਵਿਕ ਵਿਭਿੰਨਤਾ ਦੀ ਸਾਂਭ ਸੰਭਾਲ। ਕੁਝ ਅਜਿਹੀਆਂ ਸਥਿਤੀਆਂ ਪੈਦਾ ਹੋ ਜਾਂਦੀਆਂ ਹਨ ਜਦੋਂ ਖਤਰੇ ਦੇ ਵਿੱਚ ਪਈਆਂ ਹੋਈਆਂ ਜਾਤੀਆਂ ਇਸ ਕੰਢੇ 'ਤੇ ਪਹੁੰਚ ਜਾਂਦੀਆਂ ਹਨ ਕਿ ਆਉਣ ਵਾਲੇ ਇਮੀਡੀਏਟ ਟਾਈਮ ਦੇ ਵਿੱਚ ਉਹ ਇਸ ਧਰਤੀ ਤੋਂ ਅਲੋਪ ਹੋ ਸਕਦੀਆਂ ਹਨ। ਤਾਂ ਉਸ ਸਮੇਂ ਉਹਨਾਂ ਨੂੰ ਉਹਨਾਂ ਦੇ ਨਿਵਾਸ ਸਥਾਨ ਦੇ ਉੱਤੇ ਸੁਰੱਖਿਆ ਦੇਣਾ ਪੋਸੀਬਲ ਨਹੀਂ ਹੁੰਦਾ। ਸੋ ਉਹਨਾਂ ਜਾਤੀਆਂ ਨੂੰ ਉਹਨਾਂ ਦੇ ਨਿਵਾਸ ਸਥਾਨ ਤੋਂ ਕੱਢ ਕੇ ਕਿਤੇ ਹੋਰ ਸੁਰੱਖਿਅਤ ਜਗ੍ਹਾ ਦੇ ਉੱਤੇ ਲਿਜਾ ਕੇ ਉਹਨਾਂ ਨੂੰ ਜਿਹੜੀ ਸੁਰੱਖਿਆ ਕੀਤੀ ਜਾਂਦੀ ਹੈ, ਉਹਨਾਂ ਦੀ ਪ੍ਰਜਨਨ ਸ਼ਕਤੀ ਹੈ ਜਿਹੜੀ ਉਹਦੇ ਬਾਰੇ ਜਿਹੜੇ ਨਵੀਆਂ ਤਕਨੀਕਾਂ ਦੇ ਰਾਹੀਂ ਉਹਨਾਂ ਦੀ ਜਨਸੰਖਿਆ ਹੈ ਵਧਾਈ ਜਾਂਦੀ ਹੈ। ਇਸ ਤਹਿਤ ਅਸੀਂ ਬੋਟੈਨੀਕਲ ਗਾਰਡਨ, ਜ਼ੂਓਲੋਜੀਕਲ ਪਾਰਕ, ਸੀਡ ਬੈਂਕ, ਜਰਮ ਪਲਾਜ਼ਮ ਬੈਂਕ 3 ਜਾਂ 4 ਤਰੀਕੇ ਨੇ ਜਿਹਦੇ ਤਹਿਤ ਅਸੀਂ ਮੌਕੇ ਤੋਂ ਪਰੇ ਐਕਸ ਸਿਟੂ ਕੰਜ਼ਰਵੇਸ਼ਨ ਕਰ ਸਕਦੇ ਹਾਂ। ਸੋ ਬੇਟੇ ਬੋਟੈਨੀਕਲ ਗਾਰਡਨਸ ਦੇ ਵਿੱਚ ਉਹ ਪਲਾਂਟਸ, ਉਹ ਪੌਦੇ ਗਰੋ ਕੀਤੇ ਜਾਂਦੇ ਨੇ ਜਿਹੜੇ ਕਿ ਹੁਣ ਖਤਮ ਹੋਣ ਦੀ ਕਗਾਰ 'ਤੇ ਨੇ। ਉੱਥੇ ਉਹਨਾਂ ਨੂੰ ਪੂਰਾ ਉਹੀ ਇਨਵਾਇਰਮੈਂਟ, ਉਸ ਟਾਈਪ ਦੀ ਮਿੱਟੀ, ਜੋ ਉਹਨਾਂ ਨੂੰ ਕੁਦਰਤੀ ਖਾਦਾਂ ਚਾਹੀਦੀਆਂ ਨੇ, ਜਿੰਨਾ ਪਾਣੀ ਚਾਹੀਦਾ ਹੈ, ਸਾਇੰਟਿਫਿਕ ਤਰੀਕੇ ਦੇ ਨਾਲ ਉਹ ਪੌਦੇ ਉੱਥੇ ਗਰੋ ਕੀਤੇ ਜਾਂਦੇ ਹਨ ਔਰ ਹੌਲੀ-ਹੌਲੀ ਉਹਨਾਂ ਦੀ ਜਿਹੜੀ ਜਨਸੰਖਿਆ ਹੈ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ। ਸੋ ਬੋਟੈਨੀਕਲ ਗਾਰਡਨ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਇੱਥੇ ਬੇਟੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕੋਲਕਾਤਾ ਦੇ ਵਿੱਚ ਇੱਕ ਗ੍ਰੇਟ ਬਨੀਅਨ ਟਰੀ ਦਾ ਬੋਟੈਨੀਕਲ ਗਾਰਡਨ ਹੈ। ਇਨਫੈਕਟ ਇਹ ਜਿਹੜਾ ਬੋਟੈਨੀਕਲ ਗਾਰਡਨ ਹੈ ਆਚਾਰਿਆ ਜਗਦੀਸ਼ ਚੰਦਰ ਬੋਸ ਬੋਟੈਨੀਕਲ ਗਾਰਡਨ ਹੈ, ਇਹ ਬਨੀਅਨ ਟਰੀ ਕਰਕੇ ਹੀ, ਬਰਗਦ ਦੇ ਦਰਖਤ ਦੇ ਕਰਕੇ ਹੀ ਮਸ਼ਹੂਰ ਹੈ। ਤੁਸੀਂ ਸੋਚ ਸਕਦੇ ਹੋ ਕਿ 3.5 ਏਕੜ ਖੇਤਰ ਦੇ ਵਿੱਚ ਇਹ ਬਰਗਦ ਦਾ ਟਰੀ ਫੈਲਿਆ ਹੋਇਆ ਹੈ ਔਰ ਆਪਣੇ ਆਪ ਦੇ ਵਿੱਚ ਇੱਕ ਦਰਖਤ ਇੱਕ ਪੂਰੇ ਜੰਗਲ ਦਾ ਨਜ਼ਾਰਾ ਦਿੰਦਾ ਹੈ। ਬੋਟੈਨੀਕਲ ਗਾਰਡਨ ਯਾਦ ਰੱਖਣਾ ਹੈ ਤੁਸੀਂ, ਆਚਾਰਿਆ ਜਗਦੀਸ਼ ਚੰਦਰ ਬੋਸ ਬੋਟੈਨੀਕਲ ਗਾਰਡਨ ਨੀਅਰ ਕੋਲਕਾਤਾ।
ਸੋ ਇਹ ਤਾਂ ਹੋ ਗਈ ਸਾਡੀ ਬੋਟੈਨੀਕਲ ਗਾਰਡਨ ਦੀ ਐਗਜ਼ਾਮਪਲ। ਇਸ ਤੋਂ ਬਾਅਦ ਪੌਦਿਆਂ ਦੀ ਜਿਹੜੀ ਮੌਕੇ ਤੋਂ ਪਰੇ ਐਕਸੀਟੂ ਕੰਜ਼ਰਵੇਸ਼ਨ ਦੇ ਵਿੱਚ ਸੀਡ ਬੈਂਕਸ, ਜਰਮ ਪਲਾਜ਼ਮ ਬੈਂਕ ਸਥਾਪਿਤ ਕੀਤੇ ਜਾਂਦੇ ਨੇ। ਹੁਣ ਸੀਡ ਬੈਂਕ ਕੀ ਹੁੰਦੇ ਨੇ? ਜਿਹੜੇ ਪੌਦੇ ਨੇ ਖਤਮ ਹੋਣ ਦੀ ਕਗਾਰ 'ਤੇ ਨੇ, ਹੋ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ ਕਿਸੇ ਕਾਰਨਾਂ ਕਰਕੇ ਖਤਮ ਵੀ ਹੋ ਜਾਣ, ਲੇਕਿਨ ਉਹਨਾਂ ਦੇ ਸੀਡਸ ਨੂੰ, ਉਹਨਾਂ ਦੇ ਬੀਜਾਂ ਨੂੰ ਪ੍ਰਯੋਗਸ਼ਾਲਾ ਦੇ ਵਿੱਚ ਸੰਭਾਲ ਕੇ ਰੱਖਿਆ ਜਾਂਦਾ ਹੈ ਤਾਂ ਕਿ ਭਵਿੱਖ ਵਿੱਚ ਲੋੜ ਪੈਣ 'ਤੇ ਉਹਨਾਂ ਬੀਜਾਂ ਨੂੰ ਦੁਬਾਰਾ ਗਰੋ ਕੀਤਾ ਜਾ ਸਕੇ। ਸੋ ਇਹ ਵੀ ਇੱਕ ਤਰ੍ਹਾਂ ਦੀ ਐਕਸ ਸਿਟੂ ਜਾਂ ਮੌਕੇ ਤੋਂ ਪਰੇ ਕੰਜ਼ਰਵੇਸ਼ਨ ਹੈ। ਜ਼ੂਓਲੋਜੀਕਲ ਪਾਰਕ, ਤੁਸੀਂ ਚਿੜੀਆ ਘਰ ਜ਼ਰੂਰ ਦੇਖੇ ਹੋਣਗੇ। ਚਿੜੀਆ ਘਰਾਂ ਦੇ ਵਿੱਚ ਵੀ ਉਹ ਜਾਨਵਰ ਰੱਖੇ ਜਾਂਦੇ ਨੇ ਜਿਨ੍ਹਾਂ ਦੀ ਜਨਸੰਖਿਆ ਬਹੁਤ ਘੱਟ ਹੈ। ਚਿੜੀਆ ਘਰ ਦੇ ਵਿੱਚ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਸਾਇੰਟਿਫਿਕ ਤਰੀਕੇ ਦੇ ਨਾਲ ਜਿਹੜਾ ਹੈ ਉਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਮਦਰਾਸ ਦੇ ਵਿੱਚ ਬੇਟੇ ਇੱਕ ਮਗਰਮੱਛਾਂ ਦਾ ਚਿੜੀਆ ਘਰ ਹੈ ਜਿੱਥੇ ਉਹਨਾਂ ਮਗਰਮੱਛਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਜਿਹੜੇ ਕਿ ਹੁਣ ਖਤਮ ਹੋਣ ਦੀ ਕਗਾਰ 'ਤੇ ਹਨ। ਜੰਗਲੀ ਜੀਵਨ ਅਤੇ ਲੋਕਾਂ ਦੇ ਝਗੜੇ ਨੂੰ ਘਟਾਉਣਾ ਬਹੁਤ ਇੰਟਰਸਟਿੰਗ ਟੌਪਿਕ ਹੈ। ਜੰਗਲੀ ਜੀਵਾਂ ਦੇ ਨਾਲ ਸਾਡਾ ਕਿਉਂ ਝਗੜਾ ਹੋ ਸਕਦਾ ਹੈ? ਪਹਿਲਾਂ ਤਾਂ ਇਹ ਸੋਚਣ ਵਾਲੀ ਗੱਲ ਹੈ। ਸਾਡੇ ਔਰ ਜੰਗਲੀ ਜੀਵਾਂ ਦੇ ਵਿੱਚ ਝਗੜੇ ਦਾ ਮੇਨ ਕਾਰਨ ਕੀ ਹੈ? ਆਓ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਬੇਟੇ, ਉਸ ਸਮੇਂ ਤੋਂ ਜਦੋਂ ਮਨੁੱਖ ਨੇ ਜੰਤੂਆਂ ਦਾ ਘਰੇਲੂਕਰਨ ਸ਼ੁਰੂ ਕੀਤਾ, ਖਾਸ ਤੌਰ 'ਤੇ ਪਾਲਤੂ ਪਸ਼ੂ, ਜਦੋਂ ਉਸਨੇ ਪਾਲਤੂ ਪਸ਼ੂ ਆਪਣੇ ਘਰਾਂ ਦੇ ਵਿੱਚ ਰੱਖਣੇ ਸ਼ੁਰੂ ਕੀਤੇ ਤਾਂ ਜੰਗਲੀ ਜੀਵ ਸੀ, ਜਿਵੇਂ ਸ਼ੇਰ ਹੈ, ਚੀਤਾ ਹੈ, ਬਾਘ ਹੈ, ਤਾਂ ਉਸ ਨੇ ਜਿਹੜੇ ਮਨੁੱਖ ਦੇ ਪਾਲਤੂ ਪਸ਼ੂ ਨੇ ਉਹਨਾਂ ਦਾ ਸ਼ਿਕਾਰ ਕਰਨਾ ਸ਼ੁਰੂ ਕਰਤਾ। ਹੁਣ ਮਨੁੱਖ ਔਰ ਜੰਗਲੀ ਜੀਵਾਂ ਦੇ ਵਿੱਚ ਦੁਸ਼ਮਣੀ ਪੈਦਾ ਹੋ ਗਈ। ਇਸੇ ਤਰ੍ਹਾਂ ਜਦੋਂ ਆਦਿ ਮਾਨਵ ਕਿਸਾਨ ਬਣਿਆ, ਉਸਨੇ ਫਸਲਾਂ ਉਗਾਉਣੀਆਂ ਸ਼ੁਰੂ ਕੀਤੀਆਂ ਤਾਂ ਜੰਗਲੀ ਜੀਵਾਂ ਨੇ ਉਸ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਸੋ ਜਿਹੜੇ ਘਾਹ ਖੋਰੇ ਸੀਗੇ, ਘਾਹ ਖਾਂਦੇ ਸੀ ਜਾਂ ਪੌਦੇ ਖਾਣ ਵਾਲੇ ਜੰਤੂ ਨੇ, ਉਹ ਕਿਸਾਨਾਂ ਦੇ ਦੁਸ਼ਮਣ ਬਣ ਗਏ। ਔਰ ਇਹਦਾ ਕਾਰਨ ਕੀ ਹੈ ਬੇਟੇ? ਅਗਰ ਅਸੀਂ ਗਹਿਰਾਈ ਨਾਲ ਸੋਚੀਏ ਤਾਂ ਜਿਹੜੇ ਜੰਗਲੀ ਜੀਵ ਨੇ ਉਹਨਾਂ ਦਾ ਨਿਵਾਸ ਸਥਾਨ ਹੈ ਜਿਹੜਾ ਉਹ ਘਟਦਾ ਜਾ ਰਿਹਾ ਹੈ। ਸੋ ਉਹ ਹੌਲੀ ਹੌਲੀ ਜਿਹੜੇ ਮਨੁੱਖੀ ਰਿਹਾਇਸ਼ੀ ਖੇਤਰਾਂ ਦੇ ਵਿੱਚ ਦਾਖਲ ਹੋ ਰਹੇ ਨੇ ਕਿਉਂਕਿ ਉਹਨਾਂ ਦਾ ਨਿਵਾਸ ਸਥਾਨ ਅਸੀਂ ਖੰਡਿਤ ਕਰ ਰਹੇ ਹਾਂ। ਸੋ ਇਹ ਇੱਕ ਬਹੁਤ ਵੱਡਾ ਝਗੜੇ ਦਾ ਕਾਰਨ ਹੈ। ਤੁਸੀਂ ਹੁਣ ਦੇਖ ਰਹੇ ਹੋ ਚਿੱਤਰ ਦੇ ਵਿੱਚ ਕਲੀਅਰ ਦਿਖ ਰਿਹਾ ਹੈ ਕਿ ਮਨੁੱਖ ਆਪਣੇ ਫਲਦਾਰ ਪੌਦਿਆਂ ਨੂੰ, ਆਪਣੀ ਖੇਤੀਬਾੜੀ ਨੂੰ ਬਚਾਉਣ ਦੇ ਲਈ ਜਿਹੜੇ ਘਾਹ ਖਾਣ ਵਾਲੇ ਜੰਤੂ ਨੇ ਉਹਨਾਂ ਨੂੰ ਭਜਾ ਰਿਹਾ ਹੈ। ਆਪਸ ਦੇ ਵਿੱਚ ਦੁਸ਼ਮਣੀ ਪੈਦਾ ਹੋ ਰਹੀ ਹੈ। ਠੀਕ ਹੈ। ਇਸੇ ਤਰ੍ਹਾਂ ਉਹ ਜਦੋਂ ਸਮੁੰਦਰ ਦੇ ਵਿੱਚ ਜਲੀ ਜੀਵਾਂ ਦਾ ਸ਼ਿਕਾਰ ਕਰਦਾ ਹੈ ਤਾਂ ਕਈ ਵਾਰੀ ਜਿਹੜੇ ਖਤਰਨਾਕ ਜਲੀ ਜੀਵ ਨੇ ਉਹਨਾਂ ਦੇ ਨਾਲ ਸਾਹਮਣਾ ਹੁੰਦਾ ਹੈ। ਉਹਨਾਂ ਜਲੀ ਜੀਵਾਂ ਤੋਂ ਆਪਣੀ ਜਾਨ ਬਚਾਉਣ ਲਈ ਮਛੇਰੇ ਉਹਨਾਂ ਨੂੰ ਮਾਰ ਦਿੰਦੇ ਨੇ। ਸੋ ਆਪਸ ਦੇ ਵਿੱਚ ਕੀ ਪੈਦਾ ਹੋ ਗਈ? ਦੁਸ਼ਮਣੀ ਪੈਦਾ ਹੋ ਗਈ ਕਿਉਂਕਿ ਅਸੀਂ ਉਸ ਸਮੁੰਦਰ ਦੇ ਵਿੱਚ, ਉਹਨਾਂ ਦੇ ਏਰੀਏ ਦੇ ਵਿੱਚ ਜਾ ਕੇ ਅਸੀਂ ਇੰਟਰਫੇਅਰ ਕਰ ਰਹੇ ਹਾਂ। ਸੋ ਇੱਕ ਦੂਸਰੇ ਨੂੰ ਨੁਕਸਾਨ ਪਹੁੰਚਾ ਰਹੇ ਹਾਂ। ਕਿਸਾਨਾਂ ਦੀ ਫਸਲ ਖਾ ਜਾਂਦੇ ਨੇ ਜੰਗਲੀ ਜੀਵ, ਤਾਂ ਆਟੋਮੈਟਿਕਲੀ ਕਿਸਾਨ ਕੀ ਕਰੇਗਾ? ਉਹਨਾਂ ਜੰਗਲੀ ਜੀਵਾਂ ਨੂੰ ਮਾਰਨ ਦੀ ਕੋਸ਼ਿਸ਼ ਕਰੇਗਾ। ਹੁਣ ਤੁਸੀਂ ਦੇਖ ਰਹੇ ਹੋ ਕਿ ਚੀਤੇ ਔਰ ਜਿਹੜੇ ਹੈਗੇ ਨੇ ਲਾਇਨਸ ਨੇ, ਇਹਨਾਂ ਦੀ ਪਾਪੂਲੇਸ਼ਨ ਇੰਨੀ ਜ਼ਿਆਦਾ ਘਟ ਰਹੀ ਹੈ ਕਿ ਭਾਰਤ ਸਰਕਾਰ ਨੂੰ ਚੀਤੇ ਨੂੰ ਜੰਗਲੀ ਜਾਨਵਰਾਂ ਦੀ ਬੁਰੀ ਤਰ੍ਹਾਂ ਖਤਰੇ ਦੀ ਕਗਾਰ 'ਤੇ ਪਹਿਲੀ ਸ਼੍ਰੇਣੀ ਵਿੱਚ ਰੱਖਿਆ। ਚੀਤੇ ਦੀ ਜਿਹੜੀ ਜਨਸੰਖਿਆ ਇੰਨੀ ਜ਼ਿਆਦਾ ਘਟ ਗਈ ਹੈ। ਪ੍ਰੋਜੈਕਟ ਟਾਈਗਰ ਨਾਮ ਦੇ ਤੇ ਇੱਕ ਅਭਿਆਨ ਸ਼ੁਰੂ ਕੀਤਾ ਗਿਆ ਔਰ ਉਹਦੇ ਵਿੱਚ ਇਹ ਦੱਸਿਆ ਗਿਆ ਕਿ 1978 ਤੋਂ ਹੁਣ ਤੱਕ ਲਗਭਗ 450 ਤੋਂ ਵੱਧ ਚੀਤੇ, ਦੁਧਵਾ ਨੈਸ਼ਨਲ ਪਾਰਕ ਹੈ ਉੱਤਰ ਪ੍ਰਦੇਸ਼ ਦੇ ਵਿੱਚ, ਉੱਥੇ ਮਾਰੇ ਜਾ ਚੁੱਕੇ ਹਨ। ਪ੍ਰੋਜੈਕਟ ਟਾਈਗਰ ਦੇ ਡਾਇਰੈਕਟਰ ਡਾਕਟਰ RL ਸਿੰਘ ਨੇ ਮੰਨਿਆ ਕਿ ਤਕਰੀਬਨ 40 ਤੋਂ 50 ਮਨੁੱਖ ਸਾਲਾਨਾ ਚੀਤਿਆਂ ਦਾ ਸ਼ਿਕਾਰ ਕਰਦੇ ਨੇ। ਚੀਤਿਆਂ ਨੂੰ ਮਾਰ ਦਿੱਤਾ ਜਾਂਦਾ ਜਾਂ ਤਾਂ ਆਪਣੀ ਜਾਨ ਬਚਾਉਣ ਵਾਸਤੇ, ਜਾਂ ਆਪਣੇ ਪਾਲਤੂ ਪਸ਼ੂਆਂ ਦੀ ਜਾਨ ਬਚਾਉਣ ਵਾਸਤੇ, ਜਾਂ ਉਹਨਾਂ ਦੀ ਖਾਲ ਨੂੰ, ਜਿਵੇਂ ਅਸੀਂ ਪਿਛਲੇ ਲੈਕਚਰ ਦੇ ਵਿੱਚ ਪੜ੍ਹਿਆ ਸੀ, ਉਹਨਾਂ ਦੀ ਖਾਲ ਨੂੰ ਸ਼ਾਨੋ ਸ਼ੌਕਤ ਦੇ ਵਜੋਂ ਆਪਣੇ ਘਰਾਂ ਦੇ ਵਿੱਚ ਉਹਨਾਂ ਦੀਆਂ ਸੀਨਰੀਜ਼ ਬਣਾਈਆਂ ਜਾਂਦੀਆਂ। ਸੋ ਚੀਤਿਆਂ ਦਾ ਸ਼ਿਕਾਰ ਬਹੁਤ ਹੋਣ ਲੱਗਿਆ। ਉਹਦੇ ਕਰਕੇ ਭਾਰਤ ਸਰਕਾਰ ਨੂੰ ਪ੍ਰੋਜੈਕਟ ਟਾਈਗਰ ਸ਼ੁਰੂ ਕਰਨਾ ਪਿਆ। ਲੇਕਿਨ ਬਹੁਤ ਅੱਛੀ ਗੱਲ ਹੈ ਕਿ ਪ੍ਰੋਜੈਕਟ ਟਾਈਗਰ ਦੇ ਜਿਹੜੇ ਨਤੀਜੇ ਨੇ ਉਹ ਬਹੁਤ ਅੱਛੇ ਆਏ। ਹੁਣ ਚੀਤਿਆਂ ਦੀ ਜਨਸੰਖਿਆ ਹੈ ਜਿਹੜੀ ਉਹ ਵਧਣੀ ਸ਼ੁਰੂ ਹੋ ਗਈ ਹੈ। ਇਸੇ ਤਰ੍ਹਾਂ ਬੇਟੇ ਮੈਂ ਇੱਕ ਐਗਜ਼ਾਮਪਲ ਦਿਆਂ ਮਨੁੱਖ ਔਰ ਜੰਗਲੀ ਜੀਵਾਂ ਦੇ ਝਗੜੇ ਦੇ ਵਿੱਚ ਹਾਥੀ ਦੀ।
ਹਾਥੀ ਧਰਤੀ ਦਾ ਸਭ ਤੋਂ ਵੱਡਾ ਪ੍ਰਾਣੀ ਹੈ ਔਰ ਇਸ ਨੂੰ ਰਹਿਣ ਵਾਸਤੇ ਵੀ ਉਨਾ ਹੀ ਵੱਡੇ ਨਿਵਾਸ ਸਥਾਨ ਚਾਹੀਦਾ ਹੈ। ਇਸ ਨੂੰ ਖੁੱਲ੍ਹੇ ਜੰਗਲ ਚਾਹੀਦੇ ਨੇ। ਇੱਕ ਦਿਨ ਦੇ ਵਿੱਚ 450 ਕਿਲੋ ਭੋਜਨ ਖਾ ਸਕਦਾ ਹੈ। ਠੀਕ ਹੈ, ਜਿੰਨਾ ਇਹ ਖਾਂਦਾ ਹੈ ਉਨਾ ਹੀ ਇਹ ਖਿੰਡਾਉਂਦਾ ਵੀ ਹੈ। ਹੁਣ ਅਗਰ ਇੱਕ ਹਾਥੀ ਸਪੋਜ਼ ਰਾਤ ਨੂੰ ਕਿਸਾਨ ਦੇ ਖੇਤਾਂ ਦੇ ਵਿੱਚ ਚਲਾ ਜਾਵੇ ਤਾਂ ਇੱਕ ਰਾਤ ਦੇ ਵਿੱਚ ਉਸ ਦੇ ਪੂਰੇ ਸਾਲ ਦੀ ਮਿਹਨਤ ਨੂੰ ਬਰਬਾਦ ਕਰ ਦਿੰਦਾ, ਉਸ ਦੀ ਪੂਰੀ ਫਸਲ ਨੂੰ ਤਹਿਸ ਨਹਿਸ ਕਰ ਦਿੰਦਾ। ਐਸੇ ਕਰਕੇ ਕਿਸਾਨ ਕੀ ਕਰਦੇ ਨੇ, ਜ਼ਹਿਰੀਲੀਆਂ ਚੀਜ਼ਾਂ ਰੱਖ ਦਿੰਦੇ ਨੇ ਖੇਤਾਂ ਵਿੱਚ ਤਾਂ ਕਿ ਹਾਥੀ ਉਸ ਨੂੰ ਖਾਣ ਔਰ ਮਰ ਜਾਣ। ਸੋ ਇਹ ਝਗੜੇ ਦਾ ਇੱਕ ਕਾਰਨ ਹੈ। ਲੇਕਿਨ ਮੇਨ ਵਜ੍ਹਾ ਕੀ ਹੈ, ਅਸੀਂ ਜੰਗਲੀ ਜੀਵਾਂ ਦੇ ਏਰੀਏ ਦੇ ਵਿੱਚ ਇੰਟਰਫੇਅਰ ਕਰ ਰਹੇ ਹਾਂ। ਅਸੀਂ ਉਹਨਾਂ ਦੇ ਨਿਵਾਸ ਸਥਾਨਾਂ ਨੂੰ ਖੰਡਿਤ ਕਰ ਰਹੇ ਹਾਂ। ਉਹਨਾਂ ਦੇ ਰਹਿਣ ਦੀ ਥਾਂ ਹੈ ਜਿਹੜੀ ਉਹ ਘੱਟ ਹੁੰਦੀ ਜਾ ਰਹੀ ਹੈ। ਇਸੇ ਤਰ੍ਹਾਂ ਬੇਟੇ ਹੋਰ ਬੜੀਆਂ ਐਗਜ਼ਾਮਪਲਸ ਮਿਲਦੀਆਂ ਨੇ ਲੋਕਾਂ ਦੇ ਨਾਲ ਜੰਗਲੀ ਜੀਵਾਂ ਦੇ ਝਗੜੇ ਦੀ। ਨਾਮੀਬੀਆ ਵਿੱਚ ਬੈਬੂਨ ਨਾਮ ਦਾ ਇੱਕ ਥਣਧਾਰੀ ਮੌਂਕੀ ਹੈ, ਉਹ ਪਾਲਤੂ ਪਸ਼ੂਆਂ ਦੇ ਉੱਪਰ ਹਮਲਾ ਕਰਦਾ, ਲੋਕਾਂ ਦੇ ਪਿੱਛੇ ਪੈ ਜਾਂਦਾ, ਉਹਨਾਂ ਦੇ ਉੱਤੇ ਹਮਲਾ ਕਰਦਾ, ਉਹਨਾਂ ਨੂੰ ਨੁਕਸਾਨ ਪਹੁੰਚਾਉਂਦਾ। ਮੰਗੋਲੀਆ ਦੇ ਵਿੱਚ ਬਰਫੀਲਾ ਤੇਂਦੂਆ ਪਾਲਤੂ ਪਸ਼ੂਆਂ ਨੂੰ ਮਾਰ ਦਿੰਦਾ। ਇਹ ਬਹੁਤ ਸਾਰੀਆਂ ਐਗਜ਼ਾਮਪਲ ਨੇ। ਨੇਪਾਲ ਦੇ ਵਿੱਚ ਇੱਕ ਸਿੰਗ ਵਾਲਾ ਗੈਂਡਾ ਹੈ ਜਿਹੜਾ ਉਹ ਵੀ ਫਸਲਾਂ ਦੀ ਤਬਾਹੀ ਕਰਦਾ ਹੈ ਔਰ ਨਤੀਜੇ ਵਜੋਂ ਉੱਥੋਂ ਦੇ ਰਹਿਣ ਵਾਲੇ ਸਥਾਨਕ ਲੋਕ ਨੇ ਜਿਹੜੇ ਉਹ ਇਹਨਾਂ ਜੰਗਲੀ ਜੀਵਾਂ ਨੂੰ ਮਾਰ ਦਿੰਦੇ ਨੇ। ਹੁਣ ਕੋਸ਼ਿਸ਼ ਕੀ ਕਰਨੀ ਚਾਹੀਦੀ ਹੈ ਤਾਂ ਕਿ ਇਹ ਝਗੜੇ ਨੂੰ ਘੱਟ ਕੀਤਾ ਜਾ ਸਕੇ ਔਰ ਜੰਗਲੀ ਜੀਵਾਂ ਨੂੰ ਮਾਰਿਆ ਨਾ ਜਾਵੇ। ਬੇਟੇ ਧਰਤੀ ਦੇ ਸਭ ਤੋਂ ਵੱਧ ਸਮਝਦਾਰ ਅਤੇ ਜ਼ਿੰਮੇਦਾਰ ਵਸਿੰਦੇ ਹੋਣ ਦੇ ਨਾਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕੁਝ ਇਸ ਤਰ੍ਹਾਂ ਦੀਆਂ ਤਰਕੀਬਾਂ ਕੱਢੀਏ, ਕੁਝ ਇਸ ਤਰ੍ਹਾਂ ਦਾ ਕਰੀਏ ਕਿ ਜੰਗਲੀ ਜੀਵਨ ਨੂੰ ਨੁਕਸਾਨ ਘੱਟ ਤੋਂ ਘੱਟ ਹੋਵੇ। ਹੁਣ ਕੀ ਕਰ ਸਕਦੇ ਹਾਂ ਅਸੀਂ? ਤੁਸੀਂ ਚਿੱਤਰ ਦੇ ਵਿੱਚ ਦੇਖ ਰਹੇ ਹੋ ਕਿ ਆਸੇ-ਪਾਸੇ ਜੰਗਲ ਹੈ, ਵਿੱਚੋਂ ਇੱਕ ਸੜਕ ਨਿਕਲੀ ਹੋਈ ਹੈ ਔਰ ਹਾਥੀ ਕ੍ਰਾਸ ਕਰ ਰਹੇ ਨੇ ਉਸ ਸੜਕ ਨੂੰ। ਹਾਥੀਆਂ ਨੂੰ ਨੁਕਸਾਨ ਵੀ ਹੋ ਸਕਦਾ ਹੈ ਔਰ ਆਉਣ ਜਾਣ ਵਾਲੇ ਰਾਹੀਗਰਾਂ ਨੂੰ ਵੀ ਨੁਕਸਾਨ ਹੋ ਸਕਦਾ। ਸੋ ਜੰਗਲਾਂ ਦੇ ਵਿੱਚ ਵਰਾਂਡੇ ਜਿਹੜੇ ਨੇ ਬਣਾਉਣੇ ਚਾਹੀਦੇ ਨੇ ਤਾਂ ਕਿ ਉਹਦੇ ਵਿੱਚ ਕੋਈ ਮਨੁੱਖੀ ਆਵਾਜਾਈ ਨਾ ਹੋਵੇ। ਜਦੋਂ ਵੀ ਕੋਈ ਜੰਗਲੀ ਜੀਵ ਹੈ ਉਸਨੇ ਇੱਕ ਜੰਗਲ ਤੋਂ ਦੂਜੇ ਜੰਗਲ ਦੇ ਵਿੱਚ ਜਾਣਾ ਹੈ ਤਾਂ ਇਹਨਾਂ ਵਰਾਂਡਿਆਂ ਨੂੰ ਕ੍ਰਾਸ ਕਰਕੇ ਦੂਸਰੇ ਜੰਗਲ ਦੇ ਵਿੱਚ ਜਾ ਸਕੇ। ਹੋਰ ਵੀ ਬੇਟੇ ਬਹੁਤ ਸਾਰੇ ਤਰੀਕੇ ਨੇ ਜਿਹਦੇ ਨਾਲ ਅਸੀਂ ਜੰਗਲੀ ਜੀਵਨ ਨੂੰ ਬਚਾ ਸਕਦੇ ਹਾਂ। ਕਿਸ ਤਰ੍ਹਾਂ ਦੇ ਨਾਲ? ਫਸਲਾਂ ਹੀ ਇਸ ਤਰ੍ਹਾਂ ਦੀਆਂ ਕਿਸਾਨ ਆਪਣੇ ਖੇਤ ਦੇ ਚਾਰੋਂ ਪਾਸੇ ਇਸ ਤਰ੍ਹਾਂ ਦੀ ਫਸਲ ਉਗਾ ਕੇ ਬਾਉਂਡਰੀ ਬਣਾ ਲਵੇ ਕਿ ਜੰਗਲੀ ਜਿਹੜਾ ਜੀਵ ਹੈ ਉਹ ਉਸ ਫਸਲ ਨੂੰ ਕ੍ਰਾਸ ਹੀ ਨਾ ਕਰ ਪਾਏ। ਉਸ ਦੀ ਸਮੈਲ ਜਿਹੜੀ ਹੈ ਜਾਂ ਉਸ ਨੂੰ ਖਾਣ ਦੀ ਕੋਸ਼ਿਸ਼ ਕਰੇ ਤਾਂ ਉਹਦੇ ਵਾਸਤੇ ਜਿਹੜੀ ਉਹ ਖਾਣ ਲਾਇਕ ਹੀ ਨਹੀਂ ਹੈ। ਜਿਵੇਂ ਮਿਰਚਾਂ ਦੀ ਖੇਤੀ ਹੋ ਗਈ, ਤੰਬਾਕੂ ਦੀ ਖੇਤੀ ਹੋ ਗਈ, ਇਹ ਜਿਹੀਆਂ ਫਸਲਾਂ ਨੂੰ ਜਾਨਵਰ ਬਿਲਕੁਲ ਵੀ ਨੁਕਸਾਨ ਨਹੀਂ ਪਹੁੰਚਾਉਂਦੇ। ਜਦੋਂ ਕਿਸੇ ਖਾਸ ਜਾਤੀ ਦੇ ਜੰਤੂਆਂ ਦੀ ਜਨਸੰਖਿਆ ਵੱਧ ਗਈ ਹੈ ਉਸ ਏਰੀਆ ਦੇ ਵਿੱਚ ਤਾਂ ਉਹਨਾਂ ਨੂੰ ਕਿਸੇ ਹੋਰ ਕੁਦਰਤੀ ਨਿਵਾਸ ਸਥਾਨ ਦੇ ਉੱਤੇ ਸ਼ਿਫਟ ਕਰ ਦੇਣਾ ਚਾਹੀਦਾ ਹੈ। ਹੁਣ ਜੇ ਜੰਗਲੀ ਜੀਵ ਪਿੰਡ ਦੇ ਰਹਿਣ ਵਾਲੇ ਲੋਕਾਂ ਦੇ ਪਾਲਤੂ ਪਸ਼ੂਆਂ ਨੂੰ ਮਾਰ ਦਿੰਦੇ ਨੇ, ਉਹਨਾਂ ਦਾ ਸ਼ਿਕਾਰ ਕਰ ਲੈਂਦੇ ਨੇ, ਤਾਂ ਉਹਨਾਂ ਪਿੰਡ ਦੇ ਲੋਕਾਂ ਨੂੰ ਕੁਛ ਨਾ ਕੁਛ ਮੁਆਵਜ਼ਾ ਜ਼ਰੂਰ ਦੇਣਾ ਚਾਹੀਦਾ ਸਰਕਾਰ ਨੂੰ, ਤਾਂ ਕਿ ਉਹਨਾਂ ਦੇ ਮਨ ਦੇ ਵਿੱਚ ਜੰਗਲੀ ਜੀਵਾਂ ਪ੍ਰਤੀ ਦੁਸ਼ਮਣੀ ਹੈ ਜਿਹੜੀ ਉਹ ਕਿਸੇ ਹੱਦ ਤੱਕ ਘੱਟ ਹੋ ਸਕੇ। ਜਾਂ ਫਿਰ ਉਹ ਕਬਾਇਲੀ ਇਲਾਕੇ ਨੇ ਜਿਨ੍ਹਾਂ ਦਾ ਜਿਹੜਾ ਹੈ ਜੰਗਲਾਂ ਦੇ ਨੇੜੇ ਰਹਿੰਦੇ ਨੇ, ਉਹਨਾਂ ਦੀ ਜਿਹੜੀ ਰੋਜ਼ੀ ਦਾ ਹੋਰ ਕੋਈ ਸਾਧਨ ਮੁਹੱਈਆ ਕਰਵਾਉਣਾ ਚਾਹੀਦਾ ਤਾਂ ਕਿ ਉਹ ਜਿਹੜੇ ਜੰਗਲੀ ਉਤਪਾਦਾਂ ਦੇ ਉੱਪਰ ਜ਼ਿਆਦਾ ਨਿਰਭਰ ਨਾ ਰਹਿਣ। ਕਿਉਂਕਿ ਜਿੰਨਾ ਜ਼ਿਆਦਾ ਉਹ ਜੰਗਲਾਂ ਦੇ ਵਿੱਚ ਆਪਣੀ ਲੋੜਾਂ ਦੀ ਪੂਰਤੀ ਲਈ ਜਾਣਗੇ ਓਨੀ ਜ਼ਿਆਦਾ ਜੰਗਲੀ ਜੀਵਨ ਦੇ ਨਾਲ ਉਹਨਾਂ ਦੀ ਇੰਟਰੈਕਸ਼ਨ ਹੋਏਗੀ। ਸੋ ਸਥਾਨਕ ਲੋਕਾਂ ਨੂੰ ਜਿਹੜਾ ਹੈ ਜਾਗਰੂਕ ਕਰਨਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਜੰਗਲੀ ਜੀਵਾਂ ਨੂੰ ਬਚਾਉਣ ਦੇ ਵਿੱਚ ਅਸੀਂ ਉਹਨਾਂ ਨੂੰ ਜਿਹੜਾ ਹੈ ਕਿਸ ਤਰ੍ਹਾਂ ਦੇ ਨਾਲ ਅਸੀਂ ਜੰਗਲੀ ਜੀਵਨ ਨੂੰ ਬਚਾ ਸਕਦੇ ਹਾਂ, ਜਾਗਰੂਕ ਕਰਨਾ ਚਾਹੀਦਾ ਹੈ। ਸੋ ਬੇਟੇ ਇਸ 5 ਕੁਐਸਚਨਸ ਨੇ ਬੈਕ ਐਕਸਰਸਾਈਜ਼ ਦੇ, 5 ਛੋਟੇ ਉੱਤਰਾਂ ਵਾਲੇ ਪ੍ਰਸ਼ਨ ਨੇ, 5 ਵੱਡੇ ਉੱਤਰਾਂ ਵਾਲੇ ਪ੍ਰਸ਼ਨ ਨੇ। ਔਰ ਇਸ ਵੀਡੀਓ ਦੇ ਵਿੱਚ ਜਿੰਨਾ ਵੀ ਟੈਕਸਟ ਮੈਂ ਲਿਖਿਆ ਹੈ ਜਾਂ ਮੈਂ ਤੁਹਾਨੂੰ ਦੱਸਿਆ ਹੈ, ਐਨੀਮੇਸ਼ਨਸ ਨੇ, ਡਾਇਗਰਾਮਸ ਨੇ, ਇਹਨਾਂ ਦੇ ਵਿੱਚੋਂ ਕੋਈ ਵੀ ਐਸਾ ਕੁਐਸਚਨ ਨਹੀਂ ਹੈ ਜੋ ਤੁਹਾਨੂੰ ਇਸ ਵੀਡੀਓ ਦੇਖਣ ਤੋਂ ਬਾਅਦ ਉਸ ਦਾ ਉੱਤਰ ਨਾ ਸਮਝ ਆਵੇ। ਸੋ ਤੁਸੀਂ ਆਪਣੀ ਨੋਟਬੁੱਕ ਦੇ ਉੱਤੇ ਇਹ 10 ਦੇ 10 ਕੁਐਸਚਨਸ ਨੇ ਜਿਹੜੇ ਉਹ ਲਿਖਣੇ ਹਨ। ਓਕੇ, ਥੈਂਕ ਯੂ। ਇਸ ਦੇ ਨਾਲ ਹੀ ਸਾਡਾ ਚੈਪਟਰ 3 ਖਤਮ ਹੁੰਦਾ।